ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਪਹਿਲਾ। ਜਮ ਮਾਰਗ ਪੰਥ ਨਾ ਸੁਝਈ, ਉਝੜ ਅੰਧ ਗੁਬਾਰੋ ਵਾ। ਨਾ ਜਲ ਲੇਫ ਤੁਲਾਈਆਂ, ਨਾ ਭੋਜਨ ਪ੍ਰਕਾਰੋ ਵਾ। ਜਮ ਮਾਰਗ ਪੰਥ ਨਾ ਸੁਝਈ, ਉਝੜ ਅੰਧ ਗੁਬਾਰੋ ਵਾ। ਨਾ ਜਲ ਲੇਫ ਤੁਲਾਈਆਂ, ਨਾ ਭੋਜਨ ਪ੍ਰਕਾਰੋ ਵਾ। ਭੋਜਨ ਭਾਉ ਨਾ ਠੰਡਾ ਪਾਣੀ, ਨਾ ਕਾਪੜ ਸ਼ਿੰਗਾਰੋ। ਗਲ ਸੰਗਲ ਸਿਰ ਮਾਰੇ ਉਬਾਓ, ਨਾ ਦਿਸੈ ਘਰ ਬਾਰੋ। ਇਬ ਕੇ ਰਾਹੇ ਜੰਮਨ ਨਾਹੀ, ਪਛਤਾਣੇ ਸਿਰ ਭਾਰੋ। ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹ ਵਿਚਾਰੋ। ਇਬ ਕੇ ਰਾਹੇ ਜੰਮਨ ਨਾਹੀ, ਪਛਤਾਣੇ ਸਿਰ ਭਾਰੋ। ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ। ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਾਡੇ ਵਾਸਤੇ ਜੋ ਅਸੀਂ ਸਥਾਨਕ ਜੀ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਇਸ ਸਥਾਨ 'ਤੇ ਨਿਤਾ ਪ੍ਰਤੀ ਹਾਜ਼ਰ ਹੁੰਦੇ ਹਾਂ, ਸਾਡੇ ਵਾਸਤੇ ਤੇ ਅੰਮ੍ਰਿਤਮਈ ਬਚਨ ਸਾਹਿਬ ਦੇ ਪ੍ਰਾਪਤ ਹੋਏ ਨੇ। ਅੱਜ ਮਹਾਰਾਜ ਨੇ ਸਾਨੂੰ ਸਾਡੇ ਅੰਦਰ ਕੀ ਬਾਤ ਦੱਸੀ ਕਿ ਭਾਈ ਤੁਹਾਡੇ ਹਿਰਦੇ ਰੂਪੀ ਭਾਂਡੇ ਜਿਹੜੇ ਸ਼ੁੱਧ ਹੋ ਜਾਣਗੇ ਉਹੀ ਸਾਚੇ ਸਾਹਿਬ ਜੀ ਦੇ ਦਰ 'ਤੇ ਪ੍ਰਵਾਨ ਹੋਣਗੇ।
ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਕਈ ਵਾਰ ਅਸੀਂ ਆਪ ਆਪਣੇ ਆਪ ਨੂੰ ਚੰਗਾ ਸਾਬਤ ਕਰ ਰਹੇ ਹਾਂ। ਦੇਖੋ ਜੀ, ਮੈਂ ਤੇ ਬਹੁਤ ਚੰਗਾ, ਮੈਂ ਆ ਵੀ ਨਹੀਂ ਕਰਦਾ, ਮੈਂ ਨਿੰਦਾ ਨਹੀਂ ਕਰਦਾ, ਮੈਂ ਆਹ ਚੁਗਲੀ ਨਹੀਂ ਕਰਦਾ, ਮੈਂ ਨਸ਼ਾ ਨਹੀਂ ਕਰਦਾ, ਮੈਂ ਨਿਤਨੇਮ ਕਰਦਾ ਹਾਂ, ਮੈਂ ਪਾਠ ਕਰਦਾ ਹਾਂ, ਮੈਂ ਰੋਜ਼ ਸੰਗਤ ਵਿੱਚ ਆਉਂਦਾ। ਅਸੀਂ ਇਹੋ ਜਿਹੀਆਂ ਗੱਲਾਂ ਦੇ ਨਾਲ ਆਪਣੇ ਆਪ ਨੂੰ ਸੱਚਾ ਤੇ ਸੁੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਜ਼ਰੂਰੀ ਤੇ ਨਹੀਂ ਕਿ ਜੋ ਅਸੀਂ ਆਪਣੇ ਆਪ ਨੂੰ ਸੱਚਾ ਤੇ ਸੁੱਚਾ ਸਾਬਤ ਕਰਦੇ ਹਾਂ, ਸੱਚੇ ਸਾਹਿਬ ਦੀ ਨਜ਼ਰ ਵਿੱਚ ਵੀ ਸੱਚੇ ਸਾਬਤ ਹੋ ਜਾਵਾਂਗੇ। ਗੱਲ ਤੇ ਮਜ਼ਾ ਤੇ ਉਦੋਂ ਜੋ ਸਾਹਿਬ ਸਾਨੂੰ ਕਹਿਣੀ ਸੱਚਾ ਹੈ, ਇਹ ਸੁੱਚਾ ਹੈ। ਤੇ ਸਾਹਿਬ ਦੀ ਨਜ਼ਰੇ ਪ੍ਰਵਾਨ ਹੋਣ ਵਾਸਤੇ ਸਾਨੂੰ ਅੰਤਰ ਨੂੰ ਨਿਰਮਲ ਕਰਨਾ ਪੈਣਾ ਹੈ। ਅੱਜ ਤੱਕ ਜਿੰਨੇ ਕੁ ਵੱਡਿਆਂ ਦੀ ਸੰਗਤ ਕਰਦਿਆਂ ਸਮਝ ਆਈ ਹੈ, ਬਾਣੀ ਪੜ੍ਹਦਿਆਂ ਬਾਣੀ 'ਚੋਂ ਕੁਝ ਸਮਝ ਆਈ ਹੈ, ਇਹ ਗੱਲ ਬਾਰ-ਬਾਰ ਸਮਝ ਆਉਂਦੀ ਹੈ ਕਿ ਧਰਮ ਦੇ ਨਾਂ 'ਤੇ ਕੀਤੇ ਹੋਏ ਕਰਮਾਂ ਦੇ ਨਾਲ ਨਹੀਂ, ਮਨ ਦੀ ਨਿਰਮਲਤਾ ਮਨ ਦੇ ਭਾਵਾਂ ਨਾਲ ਹੁੰਦੀ ਹੈ। ਮੰਨ ਲਿਆ ਜਾਏ ਅਸੀਂ ਧਰਮ ਦੇ ਕਰਮ ਚੰਗੇ ਵੀ ਕਰਦੇ ਹਾਂ, ਪਰ ਸਾਡੇ ਮਨ ਵਿੱਚ ਦੂਜੇ ਮਨੁੱਖ ਦੇ ਲਈ ਭਾਵ ਚੰਗੇ ਨਹੀਂ ਗੇ। ਅਸੀਂ ਉਹਦੇ ਪ੍ਰਤੀ ਮਾੜਾ ਸੋਚਦੇ ਹਾਂ, ਉਹਨੂੰ ਨਿਵਾਰਨ ਦਿਖਾਉਣਾ ਚਾਹੁੰਦੇ ਹਾਂ, ਕਿਸੇ ਦੇ ਪ੍ਰਤੀ ਅਸੀਂ ਈਰਖਾ ਦਵੈਸ਼ ਇਹੋ ਜਿਹੀ ਸਾੜੇ ਦਾ ਭਾਵ ਰੱਖਦੇ ਹਾਂ, ਕਠੋਰਤਾ ਸਾਡੇ ਹਿਰਦੇ ਵਿੱਚ ਹੈ। ਅਤੇ ਭਾਵੇਂ ਅਸੀਂ ਉੱਤੋਂ ਜਿੰਨੇ ਮਰਜ਼ੀ ਧਰਮ ਕਰਮ ਕਰਦੇ ਰਹੀਏ, ਸਮਾਜ ਅਤੇ ਦੁਨੀਆ ਦੀ ਨਜ਼ਰ 'ਚ ਅਸੀਂ ਬਹੁਤ ਚੰਗੇ ਹੋ ਵੀ ਸਕਦੇ ਹਾਂ, ਪਰ ਸੱਚੇ ਸਾਹਿਬ ਦੀ ਨਜ਼ਰ ਵਿੱਚ ਸੱਚੇ ਨਹੀਂ ਹੋ ਪਾਵਾਂਗੇ। ਸੱਚੇ ਸਾਹਿਬ ਦੀ ਨਜ਼ਰ ਵਿੱਚ ਸੱਚੇ ਹੋਣ ਵਾਸਤੇ ਸੱਚ ਚਾਹੀਦਾ ਹੈ। ਅਤੇ ਸੱਚ ਦੀਆਂ ਕੋਈ ਵੱਖਰੀ ਪਰਿਭਾਸ਼ਾਵਾਂ ਨਹੀਂ ਕੀਆਂ। ਸੱਚ ਹੁੰਦਾ ਜੋ ਹੈ ਵੈਸਾ ਹੀ ਹੈ, ਬਸ ਇਹੀ ਸੱਚ ਹੈ। ਕਈ ਵਾਰ ਸਾਨੂੰ ਉਹ ਸੱਚ ਸਵੀਕਾਰ ਨਹੀਂ ਹੁੰਦਾ, ਪਰ ਸੱਚ ਤੇ ਹੁੰਦਾ ਨਾ। ਜੇ ਕਿਤੇ ਭਾਈ ਕੋਈ ਗਲਤੀ ਹੈ, ਤਾਂ ਗਲਤੀ ਵੀ ਸੱਚ ਹੈ ਨਾ। ਜੇ ਸਾਡੇ 'ਚ ਕੋਈ ਅਵਗੁਣ ਹੈ ਤੇ ਹੈ ਨਾ, ਸੱਚ ਹੈ। ਉਹ ਸਾਰਾ ਕੁਝ ਇੱਥੇ ਸਤਸੰਗਤ ਵਿੱਚ ਜਦੋਂ ਅਸੀਂ ਆਪਣੇ ਆਪ ਨੂੰ ਇੱਕ ਸ਼ਬਦ ਹੈ ਸਾਡਾ ਸਮਰਪਣ ਪੂਰੀ ਤੌਰ 'ਤੇ ਸਮਰਪਿਤ ਕਰਦੇ ਨੇ ਆਪਣੇ ਸੱਚੇ ਸਾਹਿਬ ਨੂੰ, ਅਤੇ ਫਿਰ ਸਤਿਗੁਰ ਦੀ ਬਖਸ਼ਿਸ਼ ਦੇ ਸਦਕੇ ਜੋ ਫਿਰ ਇੱਥੇ ਸਮਰਪਿਤ ਹੋ ਕੇ ਕਰਮ ਕੀਤੇ ਜਾਂਦੇ ਨੇ, ਸਾਡੇ ਅੰਦਰ ਨੂੰ ਸ਼ੁੱਧ ਕਰ ਦਿੰਦੇ ਨੇ। ਅਤੇ ਜਿਹੜੇ ਅੰਦਰ ਨੂੰ ਸ਼ੁੱਧ ਕਰ ਦਿੰਦੇ ਨੇ ਉਹ ਕਰਮ ਪ੍ਰਵਾਨ ਨੇ। ਅਤੇ ਜੋ ਅੰਦਰ ਸ਼ੁੱਧ ਹੋ ਜਾਂਦਾ ਤੇ ਮਾਰੇ ਜੋ ਤਿਸ ਭਾਵ ਸੀ, ਪ੍ਰਭੂ ਨੂੰ ਚੰਗਾ ਲੱਗ ਜਾਂਦਾ। ਬਸ ਅਸਾਂ ਨੇ ਕੋਸ਼ਿਸ਼ ਕਰਨੀ ਹੈ, ਦਾਵਾ ਨਹੀਂ ਕਰਨਾ ਕਿ ਮਹਾਰਾਜ ਨੂੰ ਚੰਗੇ ਲੱਗ ਜੀ। ਬੇਨਤੀ ਕਰਨੀ, ਮਹਾਰਾਜ ਅਸੀਂ ਇੱਦਾਂ ਦੇ ਹੀ ਹਾਂ, ਜਿੱਥੋਂ ਤੱਕ ਸੰਭਵ ਹੈ ਹੋ ਸਕਦਾ ਹੈ ਸਾਡੀ ਮੱਤ ਬੁੱਧ ਬਲ ਜੋ ਆਪ ਨੇ ਬਖਸ਼ਿਸ਼ ਕੀਤੀ ਹੈ ਉਹਨੂੰ ਵਰਤਦੇ ਹਾਂ, ਪਰ ਮਹਾਰਾਜ ਸਾਡੀ ਆਪਣੀ ਮੱਤ ਬੁੱਧ ਬਲ ਦੇ ਨਾਲ ਕੀ ਬਣਦਾ ਹੈ? ਸਾਡੀ ਮੱਤ ਕਿੰਨੀ ਕੁ ਹੈ? ਮੇਰੀ ਮੱਤ ਥੋੜ੍ਹੀ ਰਾਮ। ਇਸ ਕਰਕੇ ਮਹਾਰਾਜ ਆਪਣੀ ਮੱਤ ਬਖਸ਼ੋ। ਸਾ ਮੱਤ ਦੀ ਜੈ ਤੇ ਸਾ ਬੁੱਧ ਦੀ ਜੈ। ਇਸੀ ਬਚਨ ਕਈ ਵਾਰ ਕੀਰਤਨ 'ਚ ਵਡੇਰਿਆਂ ਤੋਂ ਸੁਣੇ ਨਾ। ਮਹਾਰਾਜ ਮੈਨੂੰ ਮੱਤ ਅਤੇ ਬੁੱਧ ਐਸੀ ਦਿਓ ਜਿਹਦੇ ਨਾਲ ਤੁਸੀਂ ਭੁੱਲੋ ਨਾ, ਜਿਹਦੇ ਸਦਕੇ ਮੈਂ ਤੁਹਾਨੂੰ ਜਪ ਕਰ ਸਕਾਂ। ਜਦੋਂ ਇਹ ਗੱਲਾਂ ਹੌਲੀ ਹੌਲੀ ਸਮਝ ਆਉਂਦੀਆਂ ਨੇ ਅਤੇ ਜੀਵਨ ਦਾ ਆਹ ਸੱਚ ਵੀ ਸਮਝ ਆਉਣ ਲੱਗ ਪੈਂਦਾ, ਜਿਹਦੇ ਵਿੱਚ ਸਭ ਤੋਂ ਵੱਧ ਡਰ ਹੈ। ਅੱਜ ਤੱਕ ਜੇ ਮਨੁੱਖ ਨੇ ਸਭ ਤੋਂ ਵੱਧ ਡਰ ਮਹਿਸੂਸ ਕੀਤਾ ਤੇ ਮੌਤ ਦਾ। ਸਤਿਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਸਾਡੇ ਹਿਰਦੇ 'ਚੋਂ ਮੌਤ ਦਾ ਡਰ ਕੱਢਣ ਵਾਸਤੇ ਥਾਂ ਪਰ ਥਾਂ ਪਾਵਨ ਬਾਣੀ 'ਚ ਤਸ਼ਬੀਹਾਂ ਅਤੇ ਬਹੁਤ ਸਾਰੇ ਉਦਾਹਰਣ ਵਰਤੇ। ਬਹੁਤ ਸਾਰੀਆਂ ਗੱਲਾਂ ਮੌਤ ਦੇ ਬਾਬਤ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਸਾਡੇ ਨਾਲ ਕੀਤੀਆਂ। ਆਲਾਹਣੀਆਂ ਦੀ ਪਾਵਨ ਬਾਣੀ ਹੈ ਹੀ ਸਾਡੇ ਮੌਤ ਦੇ ਦਰਸ਼ਨ ਦੀ ਬਾਬਤ। ਕਦੇ ਕਦੇ ਲੋਕ ਕਹਿੰਦੇ ਨੇ ਮਰਨ ਤੋਂ ਬਾਅਦ 'ਚ ਕੀ ਹੋਵੇਗਾ, ਪਤਾ ਨਹੀਂ, ਪਰ ਸਿੱਖ ਨੂੰ ਪਤਾ ਹੈ ਮੌਤ ਤੋਂ ਬਾਅਦ 'ਚ ਕੀ ਹੋਵੇਗਾ। ਲੋਕ ਕਹਿਣ ਕਿ ਸਾਨੂੰ ਨਹੀਂ ਪਤਾ, ਸਿੱਖ ਕਹਿੰਦਾ ਮੈਨੂੰ ਪਤਾ ਹੈ। ਲੋਕ ਕਹਿਣਗੇ ਤੂੰ ਦੇਖਿਆ? ਨਹੀਂ,
सिख कहेगा मैं नहीं देखिया, पर मेरे गुरु बाबे ने दसिया है। तो जे मेरा गुरु बाबा जी जो दसते ने वो सत्य है, इस करके मैनू पता है कि की होता है। तो जो जिस तरह मेरे गुरु बाबा जी ने दसिया होया उस तरह होना है। और जदों अनुभव दे विच उहो जिहियां गल्लां वरतन लग पैंदियां ने तो समझ लेना साडा राह ठीक चलण लग पिया। मृत्यु के समय तो लोग रोंदे पिटदे कलपदे तमाम प्रकार के कर्म धर्म करते। गुरु नानक साहब जी ने उन्हां दे विच कुछ गल्लां बड़ियां टिकाऊ कीतियां, भाई इत्थे जिहड़ा जन्म लैके आया उन्हें चले जाना है, ये गल सच जान लो। गुरु नानक साहब जी के प्यारिਆਂ चों भाई मूला जी ने लिख दिता सी कि भाई ये मौत सच जे। कल भी असीं यही वाच रहे सां कि बाबा आया है उठ चलना, ये अटल सच्चाई है। उसे दियां आखिरी तुकां दे नाल जुड़ के अज अगे चलदे आं। कल पढ़ सां आप निरालम तंदै बांधी कर हुक्म छडावण हारो। सारे जगत नूं उसने धंधियां दे विच ला दिता है। असीं मनुख धंधे नूं रोज़गार कहण लग पए आं, किरत भी कहने आ, होर भी कई शब्द होणगे, प्रोफैशन भी किया जा सकता है, होर भी इहो जिहे कई मिलते जुलते बनते शब्द होणगे। पर तुसीं देखिया कदे पशु पक्षी भी जो रुझे पे ने वो भी धंधे च ने। आ सारा दिन चिड़ियाँ कां उड्डदे रहिंदे ने, आखिर की लभदे ने? कुछ खाण वास्ते दो दाणे। भावें अध गोला चिड़ी का चुगण हुंदा है, भावें एक दाणे दे नाल ही छोटी जी चिड़ी का ढिड भर जाए, पर वो भी तुरी फिरदी है, वो कोई होर दाना लभदी फिरदी। निक्की निक्की कीड़ी तक वेखिया वो भी तुरी फिरदी है। ये सारा कुछ कुदरत ने करते ने धंधे लाया, हर एक जी नूं किसी काम च रुझाया होया। आप निरालम है, आप किसी धंधे विच नहीं जे। भावें असीं बहुत सारे लोगों ने करता पुरख दे नाल भी कई गल्लां जुड़ लईआं, रब दे नां बना के रब दे नां ते कई गल्लां बना लईआं। ये सारियां बनतरां मनुख ने समय समय बनाईआं। वो चंगियां भी ने, मंदियां नहीं गियां। चंगे सियाणे वडेरे मनुखा ने अपने तो छोटी समझ नूं समझाउण वास्ते रब नूं मनुखी बनतर दे रूप च पेश करके देखो रब इदां करदा है, रब इदां करदा है, परमात्मा इदां करदा है। तो साड़ी समझ है देखो जी परमात्मा इदां करदा तो फिर असीं भी इदां करिए। बदलवा रूप असीं देखदे हां। असीं अपने गुरु साहिबां दी साखियां पढ़दे, गुरु साहिब इदां करदे ने, असीं भी इदां करिए। पर गुरु साहिब जी ने इसे ही सिलसिले नूं स्वीकार किता दित्ती है कि भाई संसार विच शरीर आया है तो एक दिन विनाश हो जाना। करता पुरख बिल्कुल मुक्त है। गुरबाणी च बड़ा प्यारा बचन, बैठा वेखै वख अकेला। सारी रचना दे विच वस के भी वो आप फिर वख भी है। सारी रचना का हिस्सा हो के भी वो एक शब्द है निर्लेप है, विच रह के भी निर्लेप है। और यही सानू समझण की जरूरत है जी। करता पुरख वाहिगुरु जी अपनी सारी रचना दे विच रहिंदे ने ते सारी रचना साडी दृष्टि जो गुण तक का ज्ञान सानू सी मिले है वो अलग अलग है ना। भी किते कुड़त्तण है तो किते मिठास है, किते गुलाब है तो नाल कंडा है, जे बहुत सोहना माहौल है तो चिकड़ गंदगी भी है, किते दलदल भी है, किते मारूथल भी है, किते डोबू पानी भी है, किते बर्फा भी। बड़े रंग ने उहदे वक्खो वक्खरे। वो सारे थावां ते होएगा ना। फिर ठंडियां यख बर्फां दे विच भी होएगा, सुके तपदे मारूथलां च भी होएगा। जो सारे थां ते रह के भी निर्लेप है तो फिर भाई असां भी तो अपने घर परिवार के सारे कर्म करने ना। कुछ वेखण नूं लोकां नूं चंगे लगणगे, कुछ लोकां नूं चंगे नहीं लगणगे। की करिए, ऐसा चलदा रहिंदा है। पर असीं निर्लेप रह सकीए, अपने आप नूं उतों वख कर सकीए। और ये वख समझना, वख निर्लेप रहना असंभव ही नहीं, पर इन्ना सौखा भी नहीं। असीं सारे जितने को
थोड़ा जिहा 50 साल तो उम्र के वडेरे बैठे आ। असी महसूस करते ना कि असी सोचते सां थोड़े जे वड्डे हो जाएंगे, सियाणे हो जाएंगे, समझ आ जाएगी, पर की आ गई समझ, जानकारी मिल गई है, पर उन्हें असी कहने नहीं, तो जिम्मेदारियां वध गई, देखो आ बाकी है, आ बाकी है। हौली हौली ज्यों ज्यों परिपक्वता आउंदी है त्यों त्यों ही किते जी अंदरों मुक्त होंदा है। अज यही गल असां समझण की कोशिश करनी होंदी है। वो निरालम है, धंधियां दे विच रह के भी निरालम रहिंदा है, सारे कार विहार करदा होया भी सारे कार विहार दे प्रभाव तो लेप छेप तो मुक्त रहिंदा है। ते असां भी इदां ही करना है। कल एक निक्की जी गाथा संध्या के वक्त असीं इत्थे बैठे पढ़ रहे सां। भाई मनसुख ने गुरु नानक साहब तो पुछे, बाबा आ संसार का जो माया का प्रभाव है, घर तय च डुबदे जांदे हाँ, मैनू बचा लो। व्यापार बड़ा वड्डा है, सिलसिला बहुत वड्डा है, तो उहदे मुताबिक सारा दिन पर मेहनत मशक्कत करनी पैंदी है, देश प्रदेश भी घूमना पैंदा है। मेरे ते माया के दबाव ने, प्रभाव ने, डुबदा जांदा हाँ, बचा लो ना, मैं तुहाडी शरण आ गया। जे दुनिया का कोई होर गुरु हुंदा तां कहंदे भाई बस बस छड्ड घर बार ते पहाड़ ते बैठ, तू तो डुब जाएगा, सब कारोबार छड्ड, धीआं पुत्रां नूं सौंप ते आप किते समाधि ला, सिर च सवाह पा के बह जा। पर गुरु नानक कहण लगे, भाई मनसुख समझ, तू कित्थे कित्थे अपने आप नूं जोड़िया होया है। मनसुख कहंदा जी इदां मैनूं समझ थोड़ा हुंदा मैं कित्थे जोड़िया होया, कित्थे जुड़िया। महाराज कहण लगे, तू अपना किनू किनू अपना मनदा है। मेरा तन अपना है जी, मेरा परिवार अपना है जी, मेरे धीआं पुत्र अपने जी, मेरी पत्नी घर वाली अपनी है जी, मेरी माँ प्यो अपने हैं जी। अच्छा होर की है? मेरा व्यापार है जी, मेरी दुकान है, मेरा मकान है, मेरी हट्टी आ, इन्ना जमीन भाएं वड्डा शाहूकार सीधा वड्डा सी कि समुद्री जहाज़ अपने ने। महाराज कहने लगे, जिथे जिथे भी तू मैं कहना ना मेरा, जिथे थे मेरा 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 जुड़िया ही ना, तेनों दुख भी इत्थों इत्थों ही मिलता ही। अज तक कदे वेख्या बेगाने तो सानू कदे कोई दुख मिलिया होवे, किसे तो परेशानी सानू की है, घर किसते की वरत है सानू की। जिथे कोई मेरा धी पुत्र है, मेरे भैन भरा ने, मेरे उन्हां तो असीं परेशान हुन्ने आ। महाराज कहने लगे, फिर इन्हां नूं समझ, ये मेरा 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 जिथे जुड़िया ना, महाराज फिर की करा, छड्ड दियां? कहने लगे नहीं, छड़ना भी नहीं, बस इनू ये समझ कि मैनू मिले हुए ने, भरा मिले ने, भैणां मिलियां ने, मापे मिले ने, संतान मिली है, पति पत्नी संबंध असी मिले हाँ, व्यापार मैनू मिलिया है, दफ्तर मैनू मिलिया है, रोज़गार मैनू मिलिया है, बहुत वड्डा अमीरी जायदाद मैनू मिली है। तो चेता रखना, जो मिलिया होवे वो अपना नहीं हुंदा। तन मिलिया है, ये भी मेरा अपना नहीं, तो फिर की करा? कहने लगे, नूं वरत, इन्हां दे नाल हंड ते सही करतब कर, पर इन्हां चों कोई छुट जाए तो रो ना, क्योंकि जो मिलिया है जिन्हें दिता ले लेगा। हौली हौली समझ आउंदी कि भाई मनसुख जी नूं ते समझ आ गई, साडे जे नहीं आई। असीं भी समझ लईए, मेरी मेरी करते जन्म गयो। यही गल समझ आ, जदों जन्म चला जाता है तो जे मेरी मेरी करदिआं असीं मुक जाने आ, तो फिर असीं अगे भी जाना ना। अज थोड़ा जा माहौल डरावना जी समझ लेना। जिहड़े लोग कहिंदे ना, लै मरन तो बाद की छुट जाना ना, 2 घड़ियां औखे साह आए तो छुट गए। ऐदा नहीं जे छुट जाता कोई, दीना सौखा छुट जाना हुंदा ते हर कोई तुर पैंदा। महाराज कहणगे, फिर अज वो दर्शन कराते ने जो असीं सड़कां ते नहीं वेख सकते, क्योंकि असां वेखिया नहीं है। महाराज कहते जम मार्ग, जम मार्ग कहते ने जिस दिन शरीर साडे तो छुट जाना, पर असीं ते होना ना। असीं कदे कदे समझे जदों साडे परिवार दे जी साडी मौत का ऐलान कर देंदे ने कि देखो जी साडा बंदा मर गया, बंदा मर गया है, लोग इकट्ठे हो जाते हैं, भैन भरा धीआं पुत्र इकट्ठे होंदे ने, इकट्ठे होके की करते हैं, सानू नवांदे धुआंदे शरीर नूं साड़ आउंदे ने। वो तो साड़ता उन्होंने कि मैनू भी साड़ देणगे। कदे ठहर के वेखना, शरीर नूं साड़दे ने कि उस जी नूं भी साड़दे ने? नहीं, जी ते नहीं सड़दा ना।
ਤੇ ਜਿਸ ਦਿਨ ਆਉਣ ਵਾਲੇ ਸਮੇਂ 'ਚ ਮੇਰੇ ਧੀਆਂ ਪੁੱਤਰਾਂ ਨੇ ਮੇਰੇ ਸਰੀਰ ਨੂੰ ਰੱਖ ਕੇ ਅੱਗ 'ਚ ਸਾੜ ਦੇਣਾ ਹੈ, ਕਿਸੇ ਜ਼ਮੀਨ 'ਚ ਦੱਬ ਦੇਣਾ ਹੋਏਗਾ, ਮੇਰਾ ਕੀ ਬਣੇਗਾ? ਕਿਉਂਕਿ ਉਹਨਾਂ ਦੇ ਘਰ ਦੇ ਸਾਰੇ ਰਸਤੇ ਬੰਦ ਹੋ ਗਏ, ਵਾਪਸ ਇਹਨਾਂ ਭੈਣ ਭਰਾਵਾਂ 'ਚ ਆ ਨਹੀਂ ਸਕਦੇ, ਇਹਨਾਂ ਧੀਆਂ ਪੁੱਤਰਾਂ ਨਾਲ ਬੋਲ ਨਹੀਂ ਸਕਦੇ, ਮੇਰਾ ਕੀ ਬਣੇਗਾ? ਕਦੇ ਕਲਪਨਾ ਕਰਨਾ, ਜਿਸ ਦਿਨ ਸਰੀਰ ਛੁੱਟ ਜਾਏਗਾ ਉਸ ਦਿਨ ਮੇਰਾ ਕੀ ਬਣੇਗਾ? ਕੀ ਅਸਾਂ ਉਸ ਦਿਨ ਦੀ ਵੀ ਕੋਈ ਤਿਆਰੀ ਕੀਤੀ ਹੈ ਕਿ ਜਦੋਂ ਮੈਥੋਂ ਆ ਸਾਰਾ ਸਰੀਰ ਲੈ ਲਿਆ ਜਾਏਗਾ, ਧੀਆਂ ਪੁੱਤਰ ਭੈਣ ਭਰਾ ਸਾਰੇ ਸੰਬੰਧ ਯੱਕ ਜ਼ੀਰੋ ਹੋ ਜਾਣਗੇ, ਉਸ ਦਿਨ ਮੇਰੇ ਕੋਲ ਕੀ ਬਾਕੀ ਰਹੇਗਾ? ਉਸ ਦਿਨ ਮੇਰੇ ਹੱਥ ਉਹਨੂੰ ਕਹਿੰਦੇ ਫਿਰ ਤੈਨੂੰ ਅੱਗੇ ਪੈਣਾ ਜਮ ਮਾਰਗ। ਹੁਣ ਤੱਕ ਸੰਸਾਰ ਮਾਰਗ ਹੈ, ਸੰਸਾਰ ਦਿਖਦਾ ਪਈ, ਸੜਕ ਇੱਧਰ ਚੱਲੀ ਤੇ ਆ ਸੜਕ ਇੱਧਰ ਜਾਂਦੀ ਹੈ, ਇੱਥੇ ਆ ਮਿਲਦਾ ਤੇ ਉੱਥੇ ਆ ਮਿਲਦਾ। ਸੰਸਾਰ ਮਾਰਗ 'ਤੇ ਬਹੁਤ ਕੁਛ ਮਿਲਦਾ ਜੇ, ਥਾਂ ਪਰ ਥਾਂ 'ਤੇ ਖਾਣ ਪੀਣ ਦੇ ਢਾਬੇ ਪ੍ਰਬੰਧ ਹੈਗੇ ਨੇ, ਲੰਗਰ ਲੱਗੇ ਨੇ, ਧਰਮਸ਼ਾਲਾਵਾਂ ਬਣੀਆਂ ਨੇ, ਮਿਲਦੀਆਂ ਨਾ। ਮਹਾਰਾਜ ਕਹਿੰਦੇ ਫਿਰ ਚੇਤਾ ਰੱਖਣਾ, ਜਮ ਮਾਰਗ 'ਤੇ ਕੁਛ ਵੀ ਨਹੀਂ ਜੇ ਹੁੰਦਾ। ਆ ਜਮ ਮਾਰਗ ਦਾ ਦਰਸ਼ਨ, ਜਮ ਮਾਰਗ ਪੰਥ ਨਾ ਸੁਝਾਈ, ਜਮ ਮਾਰਗ ਵਿੱਚ ਤੇ ਰਾਹ ਨਹੀਂ ਸੁਝਦਾ। ਜਿਵੇਂ ਆ ਹੁਣ ਸਾਨੂੰ ਰਾਹ ਸੁਝਦਾ ਹੈ ਨਾ, ਦੂਰ ਤੱਕ ਅਸੀਂ ਅੱਧਾ ਕਿਲੋਮੀਟਰ ਤੇ ਦੇਖ ਹੀ ਸਕਦੇ ਨਾ। ਬੱਚੇ ਚਲ ਠੀਕ 2-2.5 ਕਿਲੋਮੀਟਰ ਦੇਖ ਲੈਂਦੇ ਹੋਣਗੇ, ਅਸੀਂ ਅੱਧਾ ਕਿਲੋਮੀਟਰ ਤਾਂ ਦੇਖ ਹੀ ਲੈਂਦੇ ਹਾਂ, ਪਰ ਜਮ ਮਾਰਗ 'ਚ ਰਾਹ ਸੁਝਦਾ ਹੀ ਨਹੀਂ। ਪਤਾ ਕਿਉਂ? ਅੰਧ ਗੁਬਾਰੋ ਵਾ, ਅੰਧਕਾਰ ਤੇ ਗੁਬਾਰ। ਆਉਣ ਵਾਲੇ ਦਿਨਾਂ 'ਚ ਧੁੰਦ ਪੈਣੀ ਹੈ, ਦਿਨੇ ਸਵੇਰੇ ਧੁੰਦ ਪਈ ਹੁੰਦੀ ਤਦ ਵੀ ਮਾੜਾ ਮੋਟਾ ਰਾਹ ਨਜ਼ਰ ਆਉਂਦਾ, ਕਿਉਂਕਿ ਸੂਰਜ ਦੀ ਰੋਸ਼ਨੀ ਦਾ ਚਿੱਟਾ ਪ੍ਰਭਾਵ ਹੁੰਦਾ ਹੈ, ਫਿਰ ਵੀ 2-4 ਕਦਮ ਤੇ ਨਜ਼ਰ ਆਉਂਦਾ ਹੈ ਨਾ। ਅੰਧੇਰੀ ਰਾਤ ਵਿੱਚ ਅਸੀਂ ਲਾਈਟ ਆਨ ਕਰ ਲਈਏ ਤੇ ਫਿਰ ਵੀ 10-20 ਕਦਮ 100 ਕਦਮ ਤੱਕ ਸੜਕ ਨਜ਼ਰ ਆਉਂਦੀ ਨਾ। ਤੇ ਜਦੋਂ ਪੂਰਨ ਥਿਕਨੈਸ ਦੇ ਨਾਲ ਧੁੰਦ ਪਈ ਹੁੰਦੀ ਹੈ, ਉੱਤੋਂ ਅੰਧੇਰੀ ਰਾਤ ਹੋਵੇ ਤੇ ਕੀ ਕੁਝ ਸੁਝਦਾ ਕਦੇ? ਅੰਧ ਤੇ ਗੁਬਾਰ ਦੋਨੋਂ ਇਕੱਠੇ ਹੋ ਜਾਣ, ਅੰਧਕਾਰ ਤੇ ਗੁਬਾਰ ਦੋਨੋਂ ਇਕੱਠੇ ਹੋ ਜਾਂਦੇ ਨੇ, ਤੇ ਫਿਰ ਸਾਨੂੰ ਸੜਕ ਦਾ ਪੈਰ ਧਰਨ ਨੂੰ ਥਾਂ ਨਹੀਂ ਸੁਝਦਾ ਹੁੰਦਾ। ਮਹਾਰਾਜ ਕਹਿਣ ਲੱਗੇ ਫਿਰ ਇਹਨੂੰ ਸਮਝ, ਅੰਧ ਗੁਬਾਰ ਕਿੱਦਾਂ ਦਾ ਹੁੰਦਾ ਹੈ। ਕਦੇ ਸੜਕਾਂ 'ਤੇ ਸਫ਼ਰ ਕਰੀਏ, ਅੱਧੀ ਰਾਤ ਨੂੰ, ਹਨੇਰੀ ਰਾਤ ਹੋਵੇ, ਪਤਾ ਹੀ ਨਹੀਂ ਕਿੱਧਰ ਚੱਲੇ, ਨਾ ਖੂਹ ਨਾ ਖੋਤਾ ਨਾ ਟੋਆ ਨਾ ਟਿੱਬਾ ਨਾ ਘਰ ਨਾ ਸੜਕ, ਕੁਛ ਲਾਈਟ ਜਗਦੀ ਨਜ਼ਰ ਨਹੀਂ ਆਉਂਦੀ ਹੁੰਦੀ। ਮਹਾਰਾਜ ਕਹਿਣ ਲੱਗੇ ਜਮ ਮਾਰਗ ਇੱਦਾਂ ਦਾ ਹੁੰਦਾ ਹੈ। ਜਮ ਮਾਰਗ ਪੰਥ ਨਾ ਸੁਝਈ, ਕੋਈ ਰਾਹ ਨਹੀਂ ਸੁਝਦਾ, ਉਜੜ ਅੰਧ ਗੁਬਾਰ ਹੋਵਾ। ਤੇ ਫਿਰ ਉਹ ਖੜੇ ਵੀ ਉਜਾੜ 'ਚ ਹੋਈਏ, ਸੜਕ 'ਤੇ ਖੜੇ ਹੋਏ ਤੇ ਫਿਰ ਵੀ ਸਾਨੂੰ ਗਿਆਨ ਹੁੰਦਾ ਵੀ ਹਾਂ ਠੀਕ ਹੈ ਸੜਕ ਹੈ, ਅੰਦਾਜ਼ਾ ਲੱਗ ਜਾਂਦਾ ਪੈਰਾਂ 'ਤੇ ਵੀ ਪੱਕੀ ਸੜਕ ਹੈ, ਪੈਰਾਂ ਨਾਲ ਅੰਦਾਜ਼ਾ ਲੱਗ ਗਿਆ। ਇਸੇ ਕਰਕੇ ਸੜਕਾਂ 'ਤੇ ਵੇਖਿਆ ਨਾ, ਸਿਆਣੇ ਇੰਜੀਨੀਅਰਸ ਨੇ ਸੜਕਾਂ ਦੇ ਕਿਨਾਰੇ ਅੱਜ ਕੱਲ੍ਹ ਪੱਟੀਆਂ ਇਹੋ ਜਿਹੀ ਲਗਾਉਣੀ ਸ਼ੁਰੂ ਕਰ ਦਿੱਤੀਆਂ ਨੇ, ਲਾਈਟ ਵਿੱਚ ਵੀ ਕੁਝ ਨਜ਼ਰ ਆ ਜਾਏ। ਤੇ ਹੁਣ ਤਾਂ ਇਹੋ ਜਿਹੀ ਟੈਕਨੋਲੋਜੀ ਆਏਗੀ, ਅਗਰ ਤੁਹਾਡੀ ਗੱਡੀ ਦਾ ਟਾਇਰ ਲਾਈਨ ਤੋਂ ਆਊਟ ਹੁੰਦਾ ਤੇ ਵਾਈਬਰੇਟ ਕਰਨ ਲੱਗ ਪੈਂਦਾ, ਟਾਇਰ ਦੱਸ ਦਿੰਦਾ ਪਈ ਤੁਸੀਂ ਲਾਈਨ ਤੋਂ ਬਾਹਰ ਜਾ ਰਹੇ ਹੋ। ਚਲੋ ਇਹ ਤਾਂ ਸੜਕ 'ਤੇ ਪਤਾ ਲੱਗ ਗਿਆ, ਸੁੱਝ ਗਿਆ ਨਾ। ਤੇ ਤੁਸੀਂ ਕਿਤੇ ਉਜਾੜ 'ਚ ਹੋ, ਉਜਾੜ ਦਾ ਮਤਲਬ ਹੁੰਦਾ ਇਹ ਵੀ ਨਹੀਂ ਪਤਾ ਵੀ ਕਿ ਖੂਹ ਖਾਤਾ ਹੈ, ਕਿ ਰੁੱਖ ਹੈ, ਕਿ ਟੋਆ ਹੈ, ਪੱਥਰ ਹੈ, ਕਿ ਚਟਾਨ ਹੈ, ਕਿ ਪਹਾੜ ਹੈ, ਕੰਡਾ ਹੈ, ਕਿ ਫੁੱਲ ਹੈ, ਪਤਾ ਹੀ ਕੁਛ ਨਹੀਂ, ਕਿਉਂਕਿ ਗਏ ਹੀ ਕਦੇ ਨਹੀਂ ਉੱਤੇ। ਉੱਤੋਂ ਉਜਾੜ ਹੋਵੇ, ਉੱਤੋਂ ਅੰਧ ਤੇ ਗੁਬਾਰ ਹੋਵੇ, ਤੇ ਫਿਰ ਕਿੱਧਰ ਜਾਵਾਂਗੇ? ਕੀ ਰਾਹ ਦੁਸਤਾ ਹੈ? ਜਮ ਮਾਰਗ ਪੰਥ ਨ ਸੁਝਈ, ਉਜੜ ਅੰਧ ਗੁਬਾਰੋ ਵਾ। ਮਹਾਰਾਜ ਕਹਿਣਗੇ ਫਿਰ ਉੱਥੇ ਨਾ ਜਲ, ਪਿਆਸ ਲੱਗੇ ਕਿਤੇ ਪਾਣੀ ਹੈ ਨਹੀਂ, ਇੱਥੇ ਤੇ ਫਿਰ ਵੀ ਆਵਾਜ਼ ਦਿਆਂਗੇ ਕਿਤੇ ਨਾ ਕਿਤੇ ਗਾਹੇ ਬਗਾਹੇ, ਮਹਿੰਗਾ ਸਸਤਾ ਮੰਗ ਕੇ ਤੁੰਗ ਕੇ ਮੁੱਲ ਖਰੀਦ ਕੇ ਪਾਣੀ ਮਿਲ ਜਾਏਗਾ, ਪਰ ਸਮਾਰਗ ਤੇ ਪਾਣੀ ਨਹੀਂ ਮਿਲਣਾ। ਨਾ ਜਲ, ਲੇਫ, ਲੇਫ ਕਹਿੰਦੇ ਨੇ ਆ ਅਸੀਂ ਉੱਤੇ ਗਿਲਾਫ ਲੈਨੇ ਨਾ, ਜਿਵੇਂ ਬੁੱਕੜਾ ਮਾਰਦੇ ਹਾਂ, ਠੰਡ ਲੱਗਦੀ ਤਾਂ ਆਪਾਂ ਸਭ ਨੇ ਲੋਈ ਕੰਬਲ ਚਾਦਰਾਂ ਬੁੱਕੜਾ ਮਾਰ ਲੈਨੇ, ਉਹਨੂੰ ਲੇਫ ਕਹਿੰਦੇ, ਰਜਾਈ ਆਦਿਕ। ਨਾ ਜਲ ਲੇਫ ਤੁਲਾਈਆਂ, ਨਾ ਕੁਝ ਹੇਠਾਂ ਵਿਛਾਉਣ ਵਾਸਤੇ ਤੁਲਾਈ ਚਾਦਰ ਹੈ। ਨਾ ਜਲ ਲੇਫ ਤੁਲਾਈਆਂ, ਨਾ ਭੋਜਨ ਪ੍ਰਕਾਰੋ ਵਾ। ਇੱਥੇ ਤੇ ਤਰ੍ਹਾਂ ਤਰ੍ਹਾਂ ਦਾ ਭੋਜਨ, ਮੈਂ ਆਹ ਨਹੀਂ ਖਾਂਦਾ ਜੀ, ਮੈਂ ਆਹ ਨਹੀਂ ਖਾਂਦਾ ਜੀ, ਮੈਂ ਆਹ ਨਹੀਂ ਖਾਣਾ। ਇੱਥੇ ਤੁਸੀਂ ਤਮਾਮ ਪ੍ਰਕਾਰ ਦੇ ਨਖਰੇ ਬਣਾਏ ਨੇ ਨਾ, ਉੱਥੇ ਕੁਛ ਨਹੀਂ ਗਾ, ਐਸਾ ਭੋਜਨ ਹੀ ਨਹੀਂ ਗਾ, ਨਾ ਪਾਣੀ ਜੇ, ਨਾ ਭੋਜਨ ਜੇ, ਨਾ ਲੇਫ ਤੇ ਨਾ ਤੁਲਾਈ। ਅੰਦਾਜ਼ਾ ਲਗਾ ਹੁਣ ਬੰਦਾ ਉਜਾੜ 'ਚ ਫਸਿਆ ਹੈ,
ਉਹਦੇ ਕੋ ਖਾਣ ਨੂੰ ਕੁਝ ਨਹੀਂ, ਉਹਦੇ ਕੋ ਉੱਤੇ ਲੈਣ ਨੂੰ ਕੁਝ ਨਹੀਂ, ਵਿਛਾਉਣ ਨੂੰ ਕੁਝ ਨਹੀਂ, ਪੀਣ ਨੂੰ ਕੁਝ ਨਹੀਂ, ਅੰਧ ਗੁਬਾਰੇ ਮਾਰਗ ਸੁਝਦਾ ਨਹੀਂ। ਫਿਰ ਕਹਿਣ ਲੱਗੇ ਭੋਜਨ ਭਾਓ ਨਾ ਠੰਡਾ ਪਾਣੀ, ਭੋਜਨ ਕਿਸੇ ਪ੍ਰਕਾਰ ਦਾ ਵੀ ਨਹੀਂ। ਅਤੇ ਸਭ ਤੋਂ ਵੱਡੀ ਗੱਲ ਉੱਥੇ ਕੋਈ ਭਾਵ ਪ੍ਰੇਮ ਵੀ ਨਹੀਂ ਕਰਦਾ। ਇੱਥੇ ਤਾਂ ਫਿਰ ਵੀ ਕੋਈ ਹਮਦਰਦੀ ਕਰ ਲਏਗਾ ਵੀ ਬਹੁਤ ਗਰੀਬ ਹੈ ਬੰਦਾ, ਚਲੋ ਜੀ ਰੋਟੀ ਪਾਣੀ ਦੇ ਦਿਓ, 1 ਦਿਨ 2 ਦਿਨ 3 ਦਿਨ ਤੇ ਤਮਾਮ ਧਰਮਸ਼ਾਲਾ 'ਚ ਵੀ ਰੋਟੀ ਮਿਲ ਜਾਂਦੀ ਹੈ। ਉੱਥੇ ਤਾਂ ਭਾਵ ਵੀ ਕੋਈ ਨਹੀਂ ਕਰਦਾ, ਕੋਈ ਪ੍ਰੇਮ ਹੀ ਨਹੀਂ ਕਰਦਾ। ਭੋਜਨ ਭਾਓ ਨਾ ਠੰਡਾ ਪਾਣੀ, ਨਾ ਠੰਡਾ ਪਾਣੀ ਮਿਲਦਾ, ਨਾ ਕਾਪੜ ਸ਼ਿੰਗਾਰੋ, ਨਾ ਕੱਪੜਾ ਪਾਉਣ ਨੂੰ ਮਿਲਦਾ। ਹੁਣ ਹਾਲਾਤ ਨੂੰ ਕਦੇ ਇਮੇਜਨ ਕਰਕੇ ਦੇਖਣਾ, ਕੱਪੜਾ ਪਾਉਣ ਨੂੰ ਕੁਝ ਨਹੀਂ, ਭੋਜਨ ਕੋਈ ਨਹੀਂ, ਪਾਣੀ ਕੋਈ ਨਹੀਂ, ਲੇਪ ਤਲਾਈ ਰਜਾਈ ਕੁਝ ਨਹੀਂ। ਹੈ ਕੀ ਜੀ? ਇਹ ਤੇ ਚੀਜ਼ਾਂ ਨੇ ਜੋ ਨਹੀਂ ਗਈਆਂ। ਹੁਣ ਹੈ ਕੀ? ਗਲ ਸੰਗਲ। ਅਗਲਿਆਂ ਗਲ ਸੰਗਲੀ ਪਾਈ ਹੋਈ ਹੈ, ਜਿਵੇਂ ਪਸ਼ੂਆਂ ਦੇ ਗਲ 'ਚ ਪਾਏ ਹੁੰਦੇ ਸੰਗਲ ਪਾਏ ਹੁੰਦੇ ਨੇ, ਗਲ ਸੰਗਲ। ਫਿਰ ਸਿਰ ਮਾਰੈ, ਸਿਰ 'ਤੇ ਮਾਰ ਰਿਹਾ ਹੁੰਦਾ ਅਗਲਾ, ਦਿਸ ਨਹੀਂ ਰਿਹਾ ਕੌਣ ਹੈ, ਪਰ ਮਾਰ ਖਾ ਰਹੇ, ਮਾਰੇ ਆ, ਚੱਲ ਚੱਲ ਕਹਿ ਰਿਹਾ। ਸਿਰ ਮਾਰੈ ਉਬੋ, ਉਬੋ ਕਹਿੰਦੇ ਨੇ ਉਹ ਬੜਾ ਉਤਸ਼ਾਹਿਤ ਹੈ, ਕਾਲਾ ਬੜਾ ਖਿੱਚਦਾ ਹੈ। ਆ ਕਦੇ ਕਦੇ ਵੇਖਿਆ ਹੋਣਾ ਸ਼ਬਦ ਇੱਕ ਹੈ ਕਸਾਈ, ਉਹ ਪਸ਼ੂਆਂ ਦੇ ਗਲ 'ਚ ਉਹਨੇ ਸੰਗਲੀ ਪਾਈ ਹੁੰਦੀ ਹੈ ਅਤੇ ਸੋਟੀਆਂ ਮਾਰ ਮਾਰ ਕੇ ਧੂ ਧੂ ਕੇ ਖਿੱਚ ਕੇ ਲੈ। ਅਸੀਂ ਪਿੰਡਾਂ ਥਾਵਾਂ 'ਚ ਵੀ ਕਈ ਵਾਰ ਦੇਖੇ ਅਤੇ ਵੇਖ ਕੇ ਤਰਸ ਆਉਂਦਾ ਹੈ ਕਿ ਇਸ ਪਸ਼ੂ ਵਿਚਾਰੇ ਦਾ ਕੀ ਬੀਤਦੀ ਹੋਏਗੀ। ਕਦੇ ਕਦੇ ਬਾਜ਼ਾਰਾਂ ਸੜਕਾਂ 'ਚ ਪਿੰਡਾਂ ਥਾਵਾਂ 'ਤੇ ਇਹਨਾਂ ਰਾਹਾਂ ਤੋਂ ਲੰਘਣਾ ਪਏ, ਉਸ ਪਸ਼ੂ ਦੇ ਥਾਂ 'ਤੇ ਕਿਤੇ ਆਪਣੇ ਆਪ ਨੂੰ ਮਹਿਸੂਸ ਕਰਨਾ ਕਿ ਅਗਲੇ ਨੇ ਗਲ ਸੰਗਲੀ ਪਾਈ ਹੋਈ ਹੈ, ਉੱਤੋਂ ਸੋਟੀਆਂ ਮਾਰਦਾ ਹੈ, ਧੂ ਕੇ ਖਿੱਚ ਕੇ ਲਿਜਾ ਰਿਹਾ ਹੈ। ਮਹਾਰਾਜ ਕਹਿੰਦੇ ਕਿ ਗਲ ਸੰਗਲ, ਸਿਰ ਮਾਰੈ ਉਬਾਓ, ਉਬਾਓ ਕਹਿੰਦੇ ਨੇ ਬੜਾ ਉਤਸ਼ਾਹਿਤ ਹੋ ਕੇ ਕਾਲੀ ਕਾਲੀ ਮਾਰਦਾ, ਚੱਲ ਚੱਲ। ਨਾਨ ਦਿਸੇ ਘਰ ਬਾਰੋ, ਉਦੋਂ ਘਰ ਬਾਰ ਕੁਛ ਦਿਸਦਾ ਹੀ ਨਹੀਂ, ਸਮਝ ਹੀ ਨਹੀਂ ਆਉਂਦਾ। ਉਦੋਂ ਅਸੀਂ ਲੋਕ ਬੜੇ ਤਰਲੇ ਕਰਦੇ ਹਾਂ, ਉਹਦਾ ਦਰਸ਼ਨ ਹੈ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਹੁਣ ਵੱਡਾ ਹੋ ਗਿਆ, ਵੱਡਾ ਮਰ ਗਿਆ, ਦੁਨੀਆਦਾਰ ਸੀ ਆਪਣੇ 'ਚ ਬੜਾ ਵੱਡਾ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਉੱਥੇ ਫਿਰ ਕੀ ਹੈ? ਅੱਗੇ ਕਰਨੀ ਕੀਰਤ ਵਾਚੀਏ ਬਹਿ, ਲੇਖਾ ਕਰ ਸਮਝਾਇਆ। ਲੇਖਾ ਕਰਨ ਵਾਸਤੇ ਲਿਜਾ ਰਹੇ ਹੁੰਦੇ ਨੇ ਫੜ ਕੇ। ਅੱਜ ਕਹਿਣ ਲੱਗੇ ਫਿਰ ਉੱਥੇ ਹੁਣ ਉਸ ਰਾਹ 'ਤੇ ਚੀਕ ਪੁਕਾਰ ਕਰੋ ਕਿ ਸੁਣਾਈ ਦੇਵੇਗਾ ਕੋਈ? ਰਾਹ ਹੀ ਨਹੀਂ ਕੋਈ, ਮਾਰਗ ਹੀ ਕੋਈ ਨਹੀਂ, ਸੁਝਦਾ ਹੀ ਕੁਝ ਨਹੀਂ। ਪਰ ਚੇਤਾ ਰੱਖਣਾ, ਇਸ ਮਾਰਗ 'ਤੇ ਕੁਝ ਮਿਲ ਸਕਦਾ ਹੈ। ਇਸ ਮਾਰਗ 'ਤੇ ਜਿੱਥੇ ਕੁਝ ਵੀ ਨਹੀਂ ਦਿਸ ਰਿਹਾ ਨਾ, ਉੱਥੇ ਵੀ ਕੁਝ ਮਿਲ ਸਕਦਾ ਹੈ। ਲੋਕ ਪੁੱਛਣਗੇ ਉੱਥੇ ਵੀ ਜਿੱਥੇ ਤੇ ਮਹਾਰਾਜ ਆਪ ਕਹਿੰਦੇ ਨੇ ਨਾ ਭੋਜਨ ਮਿਲਦਾ, ਨਾ ਪਾਣੀ ਮਿਲਦਾ, ਨਾ ਬੰਦਾ ਮਿਲਦਾ, ਨਾ ਪਰਿੰਦਾ ਮਿਲਦਾ, ਸਿਰਫ ਮਾਰ ਪੈਂਦੀ ਹੈ। ਇਹੀ ਮਹਾਰਾਜ ਦੱਸਦੇ ਨੇ ਉਸ ਮਾਰਗ 'ਤੇ ਵੀ ਤੁਹਾਨੂੰ ਸਾਨੂੰ ਕੁਛ ਮਿਲ ਸਕਦਾ ਹੈ, ਜੇ ਤੁਸਾਂ ਨੇ ਠੀਕ ਢੰਗ ਨਾਲ ਤਿਆਰੀ ਕੀਤੀ ਹੋਵੇ ਤਾਂ। ਮਹਾਰਾਜ ਕੀ ਹੈ ਕਹਿਣ ਲੱਗੇ, ਜਿਹ ਮਾਰਗ ਕੀ ਗਨੇ ਜਾਹਿ ਨਾ ਕੋਸਾ, ਹਰਿ ਕਾ ਨਾਮ ਉਹਾਂ ਸੰਗ ਤੋਸਾ। ਇਹੋ ਹੀ ਮਾਰਗ ਹੈ ਜਿੱਥੇ ਮਾਰਗ ਪੰਥ ਨਾ ਸੁਝੇ, ਜਿਹਦਾ ਪਤਾ ਹੀ ਨਹੀਂ ਕਿੰਨਾ ਕੁ ਦੂਰ ਕਿੱਥੇ ਜਾਣਾ, ਕਦੋਂ ਜਾਣਾ। ਜੇ ਤੂੰ ਇੱਥੇ ਬਹਿ ਕੇ ਆਹ ਜੀਵਨ ਜਿਹਨੂੰ ਮਿਲਿਆ ਹੈ, ਇਹ 'ਚ ਬਹਿ ਕੇ ਕੁਝ ਰੱਬ ਰੱਬ ਕੀਤਾ ਹੋਵੇਗਾ, ਵਾਹਿਗੁਰੂ ਵਾਹਿਗੁਰੂ ਕੀਤਾ ਹੋਵੇਗਾ, ਅਤੇ ਇਹ ਤੋਸਾ ਬਣ ਜਾਏਗਾ। ਤੋਸਾ ਬੜਾ ਪੁਰਾਣਾ ਸ਼ਬਦ ਹੈ। ਜਿਵੇਂ ਅੱਜ ਕੱਲ੍ਹ ਆਪਾਂ ਕਹਿਦੇ ਨਾ ਬੱਚੇ ਨੂੰ ਵੀ ਟਿਫਨ ਲੈ ਜਾਓ ਆਪਣਾ, ਅਤੇ ਟਿਫਨ 'ਚ ਕੀ ਮੰਗ ਨੇ ਪਾ ਕੇ ਦਿੱਤਾ, ਜੱਕ ਖੁੱਲ੍ਹਣ ਤੋਂ ਬਾਅਦ 'ਚ ਪਤਾ ਲੱਗਦਾ ਨਾ। ਪਰ ਬੱਚੇ ਨੂੰ ਤਸੱਲੀ ਹੁੰਦੀ ਹੈ ਕਿ ਕੁਛ ਨਾ ਕੁਛ ਤਾਂ ਮੇਰੇ ਖਾਣ ਦਾ ਪ੍ਰਬੰਧ ਮਾਂ ਨੇ ਤਿਆਰ ਕਰ ਦਿੱਤਾ ਹੈ ਨਾ। ਉਹ ਜੋ ਟਿਫਨ ਹੈ ਨਾ, ਸਮਝ ਲਓ ਤੋਸਾ ਹੈ ਉਹਦਾ, ਉਹਦੇ ਵਿੱਚ ਉਹਦੇ ਖਾਣ ਦਾ ਪ੍ਰਬੰਧ ਹੈ। ਜੇ ਇੱਥੇ ਸਿਮਰਨ ਕੀਤਾ ਹੋਏਗਾ ਅਤੇ ਉਸ ਥਾਂ 'ਤੇ ਜਦੋਂ ਕੁਛ ਨਹੀਂ ਮਿਲ ਰਿਹਾ, ਤੈਨੂੰ ਕੁਝ ਮਿਲੇਗਾ। ਜਿਹ ਮਾਰਗ ਕੇ ਗਨੇ ਜਾਹਿ ਨਾ ਕੋਸਾ, ਹਰਿ ਕਾ ਨਾਮ ਉਹਾਂ ਸੰਗ ਤੋਸਾ। ਜਿਹ ਪੈਂਡੇ ਮਹਾ ਅੰਧ ਗੁਬਾਰਾ, ਹਰਿ ਕਾ ਨਾਮ ਸੰਗ ਉਜਿਆਰਾ। ਜਿਵੇਂ ਆਪਾਂ ਹੁਣ ਇੱਥੇ ਕਿਤੇ ਜਾ ਜਾਣਾ, ਅਤੇ ਆ ਹੁਣ ਤਾਂ ਜਦੋਂ ਸਾਡੇ ਕੋਲ ਦੁਨੀਆ ਭਰ ਦੇ ਸਾਜੋ ਸਮਾਨ ਲਾਈਟਿੰਗ ਦੇ ਹੋ ਗਏ ਨੇ। ਅੱਜ ਤੋਂ 10-20 ਸਾਲ ਪਹਿਲਾਂ ਇੱਕ ਟਾਰਚ ਹੀ ਸਾਡੇ ਕੋਲ ਲੈ ਦੇ ਕੇ ਹੁੰਦੀ ਸੀ ਨਾ।
उतों पुराने चले जी तो लोगों को लालटेन होंदी सी, उतों पिछे चले जी तो लोगों को मशाल होंदी सी, भी सफ़र ते जाना मशाल बाल ली, भी सफ़र ते जाना लालटेन बाल ली। फिर आया जी चलो टार्च लै चलो, लाइट का कोई प्रबंध करना पैंदा सी ना। उस मार्ग का आपां लाइट का प्रबंध की कीता है? याद रखना, अगर इत्थे सिमरन कीता जे तो उस मार्ग ते ये लाइट बनेगा तुहाडे लई। जिवें इत्थे आपां टार्च सैल बदलते हैं, चार्ज करते हैं, इत्थे अगर सिमरन कीता इस मौत तो पहला तो उस अंध गुबार दे विच यही सिमरन दे सदके भोजन भी मिलेगा, ते सिमरन दे सदके लाइट भी मिलेगी। जिह मार्ग के गने जाह न कोसा, हर का नाम उहाँ संग तोसा, जिह पैंडे महा अंध गुबारा, हर का नाम संग उजियारा। जहाँ पंथ तेरा को ना सियानू, सियानू नूं असीं अजकल सियाणू कहण लग पए, पछाणन वाला। जिथे तेरा कोई जान पहचान दा पछाणन वाला सांझे मित्र घर बार कोई नहीं मिलना, फिर देखी परमात्मा का नाम उत्थे भी तेरे नाल होएगा। पर जपते सही महाराज ते कि निरा रोने पिटने च ना रहा करिए भी हाय आ नहीं मिले, आ नहीं मिले, आ नहीं मिले। वो भाई जाना उसकी भी तैयारी कर लीए। असीं सारा दिन उलामियां च ही कट देने आ, पर उलामे देंदियां देंदे एक दिन उलामा ही हो जाना सा। उत्थे फिर इत्थे अगर सिमरन कीता होएगा तो फिर उत्थे ये साडा संग ही इकल्लपन नहीं महसूस होगा। अज भी सियाणे कहंदे ने सब तो वड्डी सज़ा हुंदी किसी नूं कल्लियां बंद कर दिओ, कोई भैन भरा ना मिलण वाला होवे, कोई गलबात करन वाला ना होवे, कल्लियां बंद कर दिओ, समझ लो बड़ी वड्डी सज़ा है। बहुत वड्डे थावां ते जेलां दे विच जिहड़े खूंखार कैदी हुंदे ने या बहुत ज़्यादा भयंकर जिहड़े जुर्म करके आए हुंदे ने, उन्हां नूं कल्लियां काल कोठड़ी च बंद कर दिता जाता है। वो एक सरकार का सिस्टम हुंदा है भी कल्लियां काल कोठड़ी बन गया, हौली हौली दा मानसिक तवाजन आपे ही खत्म हो जाना, मारन की लोड़ ही नहीं पैनी, आपे ही मर जाना। तो जे कल नूं मान लो बरी भी हो गया ना, एक काहे कम जोगा नहीं रहेगा, क्योंकि दिमागी तौर पर नीम पागल हो जाएगा। कलियां छड्ड देना, कलियां बंद कर देना सब तो वड्डी सज़ा। अज भी असीं किते 2 घंटे घर रहना पवे, कलियां तो की कहने हाए कोई किसी बच्चे नूं भेज दिओ, मैं कल्ला है घर। अपने भैन भरा ने फोन कर दे ना भाई भाई किसी बच्चे नूं भेज दिओ, छोटे भैन भरा नूं आप भेज दिओ, जो कोई सज्जन मित्र तो भाई तू ही आ जा, मैं घर कल्ला है, मेरा जी नहीं लगता। कल्पना करन तो है ही कोई नहीं, मिलना ही कोई नहीं, तो आस भी कोई नहीं। उत्थे कौन नाल होएगा? अगर इत्थे वाहिगुरू वाहिगुरू इत्थे गुरु का साथ लिया होएगा, ये गुरु उत्थे भी नाल होएगा। जिहड़ा श्लोक आपां कदे कदे पढ़ लैने आ ते ठहर के समझ सकीए, नानक कच्चड़ियां संतोड़ ढूंढ सज्जन संत पक्कियां, ओए जीवन दे विछड़े ओए मोया न जाही छोड़। वो नहीं छड्डदे, हाथ सदा रखते ने। पातशाह दशमेश जी दी एक निक्की जी गाथा है, उसनूं असीं कदे गहराई नाल पकड़िया ही नहीं। असीं उहनूं चुटकले के रूप जां मर्यादा की टीका टिप्पणियां ते करते रह गए। महाराज दे हजूरी सेवादारां विचों एक भाई दान सिंह सीगे। जदों महाराज जी चमकौर तो बाहर आए ने, माछीवाड़े के कौतकों चों थोड़ा जिहा अज इत्थे अगे जाके अमर संचार किया सी ना महाराज लखी जंगल, उस तो पहला अजे महाराज के नाल आले दुआले सिख संगत टावां दुक्का तिक्का कट्ठे रंगत होने लग पई है। मालवे के कुछ चढ़ती कला के तकड़े जवानों ने महाराज का साथ कर लिया है, एक छोटा जिहा जत्था बन गया। पर यह जत्था कहा जाए कि जिवें अज दे प्रपक्ष सिंह की कट्टर मर्यादवी नहीं सन, आम पिंडां दे लोग सन, तो आम पिंडां दे लोकां दा अलग अलग लिबास, कोई किसी नूं प्रभावित कोई किसी तो प्रभावित, तो लोग अपने आप ढंग का लिबास पाउंदे सन। दान सिंह का लिबास वखरा जिहा सी, वो थोड़ा जिहा इस्लाम तो प्रभावित सी, तो अज भी इस्लामक लोगों का कुछ प्रभाव देखिए ना, दाड़े खुले छड्डे होंदे ने ते सिर मुन्निया होंदा। अज भी कुछ है ने ऐसे जो दाड़ी नहीं कटते, दाड़ी मुछां नहीं कट रहे, पर सिर मुना के रखते हैं। बहुत सारे बंदे ने, बड़े बड़े अफसर भी ने अज तक। दान सिंह का भी लिबास इहो जिहा सी, पग बन लैनी, दाड़ी पूरी, मुछां पूरियां, पर सिर मुनाया होया। एक दिन महाराज सामने किते ही आ गया। महाराज के कहने लगे, दान सिंह तू ना हुण दाड़ी तो रखी हुई है, वो मुछां सारियां ने, तो तू सिर दे केश भी रख लै,
कहने लगा महाराज मैं रख के की करने ने। महाराज कहने लगे नहीं कुदरती रख ला। कहने लगा महाराज मैंने जो मिलना सी मिल चुका। कहने लगे की मिलना सी। कहने लगे सुनिया ज्ञानियां तो भी गुरु मिल जाए तो सब कुछ मिल जाता, मैंने तो तुसी गुरु मिल गए हो, मैनू होर की चाहिए, मैनू दुनिया की कोई होर लोड़ नहीं, तुसी मिल गए हो ना बस। गुरु गोबिंद सिंह तो वड्डी होर किहड़ी चीज़ है, तुसी मिल गए बस। हस पे कहने लगे चल कोई नहीं मिल गए है ना, तो पिछे तो कोई पहाड़ माड़े मोटे काम किए होणगे ना गलत गुलत। कहने लगा महाराज पता नहीं जीवन ने किन्नियां गलतियां भुल्लां होईयां होणगियां, सुभावक है अनपढ़ जे बंदे आ। कहने लगे अच्छा जे ते किते माड़े कर्मां करके डुबण लगेगा ना तो आपां तेरे वालों तो फड़ के कढ़ लांगे। हस पिया। कहने लगा महाराज दाड़ी फड़ के कढ़ लियो। महाराज ठहर के कहने लगे दान सिंह मैं किसी दाड़ी नूं हत्थ नहीं पाउंदा, याद रखना ये अपमानजनक क्रिया है। अज भी शरे बाजार संसार दे विच असीं कहने ना दाड़ी नूं हत्थ नहीं पाउणा, वाड़ां नूं हत्थ नहीं पाउणा, पर चेता रखना जिन्होंने तारूआं नूं पता है, जिन्होंने ट्रेनिंग दी जाती डुबदे नूं बचाउण वास्ते, उन्होंने समझाया जाता है कि जदों तुसीं किसी डुबदे हुए बंदे नूं बचाना है सब तो सेफ तरीका अपने आप नूं ते उस नूं बचाउण दा हुंदा है, क्योंकि उहदे खुले वाल पानी तरदे ने, वाल पकड़ लो उहदे ते धू के बाहर लिओ, क्योंकि वाल पकड़न दे नाल वो थोड़ी दूरी बनी रहिंदी, नहीं तो डुबण वाला बंदा जफा पा लैंदा है ते डुब दिंदा है। जिन्हां नूं स्विमिंग ट्रेनिंग्स दित्तियां जांदियां इहो जिहियां नूं दस्सिया जांदा है कि डुबदे बंदे दे वाल फड़ लो तो खिच के बाहर ले आओ। गल्लां असीं हासे च लै के मर्यादत ना करना की नहीं करना कर समझ लेना। गुरु उस वक्त भी साडी मदद करनगे जदों दुनिया का कोई टिकाणा कोई बंदा साडी मदद नहीं करेगा। भवजल च डुबदे होंगे तद भी गुरु कढ़ लैणगे। दसन का मतलब सी कि भाई जे तू आ गया है तो भवजल चके किसी कारण डुब भी जा रहा होएगा तद भी मैं कढ़ लाँगा। गुरु साहब कहने लगे जे मारक के गने जाए ना को साज कहने लगे, पर जे असीं इत्थे कुछ कीता ही नहीं, इत्थे बह के गुरु गुरु जपिया ही नहीं, इत्थे गुरु की गल कदे सुनी नहीं, भजन बंदगी सत कदे कीता ही नहीं, तो फिर उदों कह कोई नहीं आप कदे कदे कहते सुने लोगों को कोई नहीं बड़ा समा पिया अगे जाके जप लाँगे। तो फिर महाराज कहोगे चेता रखो इब के राहे जम्मन नाही। उदों तुसीं कहो जी हुण कोई गल नहीं, हुण शरीर छुट गया है, हुण वाहिगुरू कर लैने राम राम कर लैने आ, उदों नहीं बोलिया जाना। तो चलो जे मन भी लिया कि तुसीं बोलदे हो, मन भी लिया कि मार पैंदी तो चीख चिहाड़ा पैंदा, चीख चिहाड़ा तो सुनीदा, बेशक असां नहीं सुनिया साडे वड्डियां ने सुनिया। भाई गुरदास साहब दसदे ने उत्थे इन्ना चीख चिहाड़ा पैंदा है कि जनक वर्गियां दा मन पंघर जांदा, इन्ना क्यों चीकदे लोग, इन्ना चीख चिहाड़ा क्यों पै रहा है। जाते रहे ना जनक भी, याद रखना ये मार्ग सब नूं मिलदा है, पर किसी नूं सन्मान दे लाइटां ला के किसी नूं पालकी च बिठा के लैके जाते हैं, किसी नूं गल संगली पा के धो के लैके जाते हैं, किसी नूं उस रस्ते लैके जाते हैं जिथे जम हुंदे ने मार पैंदी है, तो किसी नूं भाई बाईपास फिरनियां तो कढ़ के ले जाते हैं। संत भगत ने वो दूजा रस्ता हो जाता है, उन्होंने मार्ग बदल जाता है, पर भाई सफर तो करना पैंदा। जनक वर्गियां दा दिल पसीजदा है, इन्ना चीख चिहाड़ा काहदा पै रिहा है। तो जिहड़ा सेवादार उस वक्त कह ले जाए जमदूत के रूप च नाल सी, कहण लगा महाराज ये उन्हां लोकां दा शोर है जिन्हां लोकां ने मातलोक ते रहिंदिआं जीवन विच रहिंदिआं रब की बंदगी नहीं की, चंगे कर्म नहीं कीते, तो उन्होंने मार पै रही है। गुरबाणी च बहुत बार जिक्र है मार मुहे मुँह खाए, बड़ी बार जिक्र है, और केवल मार ही नहीं पैंदी, किते ठहर के पढ़ना तपत थम गल लाएंदा। आप प्रहलाद का दर्शन साखी सुनी थी ना, थम तपा के क्या सी गल लागे दे, अध्यात्म दसिया तपत थम असी नहीं वेख्या ना, असी इस करके मुकर दे असां किहड़ा देखिया नहीं, गुरु दसदे ने। असां किहड़ा आइंस्टाइन देखिया सी, असां किहड़ा डार्विन दी गल्लां सुणीआं पढ़ियां ने ना, असां पैथागोरस पढ़िया है ना तो मनदे आ, तो कि गुरु नानक नूं भी पढ़िया तो फिर मनना पैना है। जे दुनिया के विग्यानियों नूं मनदे हो ना तो वो तो फिर बदल दिते जाणगे, उन्होंने बदलने वास्ते दूजा विग्यानक आ रहा है,
सिद्धांत बदले, इस करके विज्ञान के सिद्धांत चैलेंज किए जा सकते हैं, पर गुरु नानक नूं चैलेंज किवें करोगे? गुरु नानक कह रहे हैं, इब के राहे जमन नाही पछताने सिर भारो। इत्थे कोई नहीं बोलिया कीता जपिए जमना ही नहीं। जमन का मतलब फलीभूत नहीं होना। मान लो तुसीं राम राम बोलते हो, वाहिगुरू वाहिगुरू बोलते हो, लेकिन उसका कोई फायदा नहीं होना। जिवें कटघरे च खलोता होया कैदी जिसनों जज फांसी की सज़ा सुना रहा होवे, उसने उसनूं दोषी साबित कर दिता है। कटघरे च मुजरम खड़ा है, दोषी साबित हो गया। हुण वो जिहड़ा गुनाहगार बंदा कटघरे च खलोता आखे वे जज साहब तुसीं ते बड़े धर्मात्मा हो, जज साहब तुसीं ते देवता रूप हो, जज साहब मैं तुहाडी जयकार करदा हाँ, जज साहब तुसीं ते बड़े नेक पुरख हो। कि जज सज़ा घटा देगा? कि जज माफ़ कर देगा? नहीं। तो जे उत्थे खलोता जज नूं गालां कढ़ी जाए, बुरा भला बोली जाए, तो की जज बदल देगा? नहीं। जो मर्जी बोली जाए, जज ते कोई फर्क नहीं पैंदा, उन्हें जो करना है कर देंदा है। यही महाराज कह लगे। इस तरह उस मुकाम ते जपे हुए जाप सफल नहीं होंदे, सिर्फ पछतावा रह जाता। चेतना हुंदी आए रब्बा जप लैंदे, जो देखते ने पता लगता है, वो जमे कहंदा तू जप लैंदा ते मारना पैंदी, ते पछताने सिर भारो। फिर पता लगता बिन साचे को बेली ना ही। वो दुनिया के लोगों सच्चे साहिब तो बिना कोई नहीं बेली। बड़ा प्यारा बचन कह के समाप्ति करा। बाबा फरीद कहते ना, जां फिर ना कोई साथी ना को बेली, भी मेरा ना कोई साथी रहा तो ना कोई बेली रहा। तो बाण च दूजी तो कहना, जां फिर देखा तां अल्लाह बेली। दुनियावी दृष्टि कोई संगी साथी बेली नहीं, पर भगत देखते नहीं अल्लाह मेरा साथ है, गुरु मेरे साथ है। कहने लगे बिन साचे को बेली नाही, साचा ये विचारो। ये सच्चा विचार जे एक दुनिया की दलील तर्क नहीं, ये गुरु नानक का विचार है। गुरुदेव कृपा करन असी गुरु नानक साहब के विचार में सत करके मन सकी भुल चुक दी खिमा आसीस अते प्यार देने फतेह बुलावना। वाहिगुरू जी का खालसा, वाहिगुरू जी की फतेह।